प्यारे विद्यार्थियों, अज मैं तुहाडे लई लैके आया हाँ 10वीं जमात दी समाजिक विज्ञान दे इतिहास भाग दे तीसरे लैसन श्री गुरु नानक देव जी अते उन्हां दीआं सिक्ख्यावां दा भाग 3 लैके। बच्चों, ये एक खास अते अनुकूल समा सी जदों ये फरिश्ता धरती उपर जन्म लैंदा है। इस समय पंजाब दी ते खास करके जे असी भारत दी गल करिए तां स्थिति बहुत खराब सी। उस समय दिल्ली उपर लोधियां दा राज सी। वो सारे गद्दी लई आपस विच लड़ पिड़ रहे सन। शासक नूं प्रजा दे नाल कोई मतलब नहीं सी। शासक भी लोकां दे नाल धक्का कर रहा सी। लोग भी आपस विच जातां पातां दे नां ते लड़ रहे सन। सो इस समय जदों कि रब दी लोड़ इंसान नूं सब तो ज़्यादा हुंदी है, गुरु साहब एक फरिश्ते दे रूप विच इस समाज दे विचों जिन्ने भी कोड़ लगे हुए सन उन्हां नूं ठीक करन लई, उन्हां नूं दूर करन लई अवतार धारदे हन। अते उन्हां दी माता, उन्हां दे पिता उन्हां दे जन्म ते बहुत खुश हुंदे हन। उन्हां दी एक भैन है जिस दा नां नानकी है। उस बच्ची दे नां तो आप दा नां नानक रखिया जांदा है। जदों यह बच्चा वड्डा हुंदा है तां यह बच्चा आम बच्चों वर्गा नहीं है। ये आम बच्चों वांग खेडण कुदन दे विच ध्यान नहीं दिंदा, सगों इकल्ले बैठ के उस परमात्मा नूं लभण दी कोशिश करता है। इस बच्चे नूं 7 साल की उम्र दे विच पढ़न लई भेजिया जाता है, पर इस दे अध्यापक इस दे प्रश्नां तो इन्ने ज़्यादा हैरान हो जाते हैं कि वो आप दी बांह फड़ के आप नूं घर छड्ड जाते हैं अते आप दे पिता नूं आखदे हैं कि ये बच्चा साडे नालों भी किते वध दिमाग दा मालिक है। हुण गुरु साहब जी दे नाल जनेऊ पाउण दी रस्म कीती जाती है, पर गुरु जी जनेऊ पाउण तो इनकार कर दिंदे हैं। ਉਹ सूत ਦੇ ਧਾਗਿਆਂ ਦਾ ਨਹੀਂ ਸਗੋਂ ਸਤਿਗੁਣਾਂ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕਰਦੇ ਹਨ ਅਤੇ ਬਾਅਦ ਦੇ ਵਿੱਚ ਉਹ ਆਪਣੀ ਬਾਣੀ ਵਿੱਚ ਵੀ ਇਸ ਭਾਵਨਾ ਨੂੰ ਪ੍ਰਗਟ ਕਰਦੇ ਹਨ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਭ ਵਟ ਇਹ ਜਨੇਊ ਜੀ का है ਤਾਂ ਪਾਂਡੇ ਘੱਤ। ਸੋ ਗੁਰੂ ਸਾਹਿਬ ਜਨੇਊ ਪਾਉਣ ਤੋਂ ਵੀ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਆਪ ਦੇ ਪਿਤਾ ਆਪ ਨੂੰ ਮੱਝਾਂ ਚਾਰਨ ਦਾ ਕੰਮ ਦਿੰਦੇ ਹਨ। ਇਹ ਵੀ ਕੰਮ ਆਪ ਠੀਕ ਤਰ੍ਹਾਂ ਨਹੀਂ ਕਰਦੇ। ਮੱਝਾਂ ਗਵਾਂਡੀਆਂ ਦੀਆਂ ਫਸਲਾਂ ਉਜਾੜ ਦਿੰਦੀਆਂ ਹਨ। ਗਵਾਂਡੀ ਘਰ ਆ ਕੇ ਉਲਾਮਾ ਦਿੰਦੇ ਹਨ, ਪਰ ਜਦੋਂ ਮਹਿਤਾ ਕਾਲੂ ਜੀ ਜਾ ਕੇ ਦੇਖਦੇ ਹਨ ਤਾਂ ਫਸਲਾਂ ਬਿਲਕੁਲ ਹਰੀਆਂ ਭਰੀਆਂ ਹੁੰਦੀਆਂ ਹਨ। ਉਸ ਤੋਂ ਬਾਅਦ ਇੱਕ ਹੋਰ ਘਟਨਾ ਹੁੰਦੀ ਹੈ ਕਿ ਇੱਕ ਦੁਪਹਿਰ ਗੁਰੂ ਜੀ ਦਰਖਤ ਥੱਲੇ ਉਸ ਵਾਹਿਗੁਰੂ ਦੀ ਓਟ ਆਸਰਾ ਦੇ ਵਿੱਚ ਭਗਤੀ ਦੇ ਵਿੱਚ ਲੀਨ ਹੁੰਦੇ ਹਨ ਅਤੇ ਇਸ ਦੌਰਾਨ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਅਤੇ ਇੱਕ ਸੱਪ ਉਹਨਾਂ ਨੂੰ ਛਾਂ ਕਰਦਾ ਹੈ। ਇਸ ਚੀਜ਼ ਨੂੰ ਉੱਥੋਂ ਦਾ ਸ਼ਾਸਕ ਰਾਏ ਦੁਲਾਰ ਜੋ ਹੈ ਉਹ ਦੇਖਦਾ ਹੈ ਅਤੇ ਉਹ ਸਾਰਾ ਕੁਝ ਦੇਖ ਕੇ हैरान ਹੁੰਦਾ ਹੋਇਆ ਆਖਦਾ ਹੈ ਕਿ ਇਹ ਬੱਚਾ ਇੱਕ ਦਿਨ ਵੱਡਾ ਹੋ ਕੇ ਜਾਂ ਤਾਂ ਸੁਲਤਾਨ ਬਣੇਗਾ ਜਾਂ ਬਹੁਤ ਵੱਡਾ ਮਹਾਪੁਰਸ਼ ਬਣੇਗਾ, ਸੰਤ ਬਣੇਗਾ। ਪਰ ਦੂਸਰੇ ਪਾਸੇ ਮਹਿਤਾ ਕਾਲੂ ਜੀ ਦੀਆਂ ਸੋਚਾਂ ਕੁਝ ਹੋਰ ਹੀ ਹਨ। ਉਹ ਆਪਣੇ ਬੱਚੇ ਨੂੰ ਦੁਨੀਆਦਾਰੀ ਵਿੱਚ ਲਗਾਉਣਾ ਚਾਹੁੰਦੇ ਹਨ। ਇਸ ਲਈ ਉਹ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਦੇ ਹਨ, ਪਰ ਆਪ ਇੱਥੇ ਵੀ ਰਸਤੇ ਵਿੱਚ ਭੁੱਖੇ ਸਾਧੂਆਂ ਨੂੰ ਦੇਖ ਕੇ ਉਹਨਾਂ ਨੂੰ ਭੋਜਨ ਕਰਵਾ ਦਿੰਦੇ ਹਨ ਅਤੇ ਉਹਨਾਂ ਨੂੰ ਰਸਦ ਵੀ ਲੈ ਕੇ ਦੇ ਦਿੰਦੇ ਹਨ। ਔਰ ਆਪ ਜਦੋਂ ਵਾਪਸ ਘਰ ਆਉਂਦੇ ਹਨ ਤਾਂ ਆਪ ਦੇ ਪਿਤਾ ਬਹੁਤ ਗੁੱਸੇ ਵਿੱਚ ਹੁੰਦੇ ਹਨ। ਉਹ ਆਪ ਤੋਂ 20 ਰੁਪਏ ਦਾ ਜਦੋਂ ਹਿਸਾਬ ਮੰਗਦੇ ਹਨ ਤਾਂ ਆਪ ਸਾਰੀ ਗੱਲ ਸੱਚੋ ਸੱਚ ਦੱਸ ਦਿੰਦੇ ਹਨ। ਇਸੇ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ ਅਤੇ ਬੱਚਿਓ, ਗੁਰੂ ਸਾਹਿਬ ਦੀ ਸੱਚੇ ਸੌਦੇ ਦੇ ਰੂਪ ਵਿੱਚ ਚਲਾਈ ਗਈ ਇਹ ਜੋ ਰਸਮ ਹੈ ਜਾਂ ਇਹ ਜੋ ਪ੍ਰਥਾ ਹੈ ਅੱਜ ਵੀ ਚੱਲ ਰਹੀ ਹੈ
ਅੱਜ ਵੀ ਦੁਨੀਆ ਦੇ ਕਿਸੇ ਦੇਸ਼ ਵਿੱਚ ਚਲੇ ਜਾਓ, ਆਪ ਨੂੰ ਲੰਗਰ ਖਾਣ ਨੂੰ ਮਿਲਦਾ ਹੈ। ਇਹ ਪ੍ਰਥਾ ਅੱਜ ਵੀ ਚੱਲ ਰਹੀ ਹੈ। ਸੋ ਅਸੀਂ ਦੇਖਦੇ ਹਾਂ ਕਿ ਗੁਰੂ ਜੀ ਭਗਤੀ ਦੇ ਵਿੱਚ ਸਦਾ ਲੀਨ ਰਹਿੰਦੇ ਹਨ। ਉਹਨਾਂ ਨੂੰ ਇੱਧਰ ਉੱਧਰ ਦਾ ਕੋਈ ਧਿਆਨ ਨਹੀਂ ਰਹਿੰਦਾ, ਪਰ ਦੂਸਰੇ ਪਾਸੇ ਪਿਤਾ ਤਾਂ ਪਿਤਾ ਹੀ ਹੈ। ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਇਸ ਬੱਚੇ ਨੂੰ ਕਿਸੇ ਪਾਸੇ ਲਾਈਏ। ਸੋ ਇਸ ਖਾਤਰ ਉਹ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਦੇ ਨਾਲ 15 ਕੁ ਸਾਲ ਦੀ ਉਮਰ ਵਿੱਚ ਕਰ ਦਿੰਦੇ ਹਨ। ਆਪ ਦੇ ਘਰ 2 ਬੱਚੇ ਵੀ ਜਨਮ ਲੈਂਦੇ ਹਨ, ਪਰ ਫਿਰ ਵੀ ਆਪ ਜਿਹੜਾ ਹੈ ਆਪਣਾ ਧਿਆਨ ਪਰਮਾਤਮਾ ਵਾਲੇ ਰੱਖਦੇ ਹਨ। ਹੁਣ ਆਪ ਦੇ ਪਿਤਾ ਜੀ ਫਿਰ ਸੋਚਦੇ ਹਨ ਕਿ ਮੈਂ ਇਸ ਨੂੰ ਕੀ ਕਰਾਂ ਜੋ ਇਸ ਦਾ ਧਿਆਨ ਦੁਨੀਆਦਾਰੀ ਵਿੱਚ ਲਗਾ ਦੇਗੀ। ਆਪ ਨੂੰ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਸੁਲਤਾਨਪੁਰ ਭੇਜ ਦਿੱਤਾ ਜਾਂਦਾ ਹੈ, ਜਿੱਥੇ ਆਪ ਜੀ ਨੂੰ ਭੰਡਾਰੀ ਦੀ ਨੌਕਰੀ ਮਿਲ ਜਾਂਦੀ ਹੈ। ਇੱਥੇ ਵੀ ਆਪ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਅਤੇ ਹਿਸਾਬ ਕੀਤਾ ਜਾਂਦਾ ਹੈ ਤਾਂ ਸਾਰਾ ਕੁਝ ਠੀਕ ਨਿਕਲਦਾ ਹੈ, ਪਰ ਆਪ ਇੱਥੇ ਵੀ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਹਨ। ਇੱਥੇ ਹੀ ਇੱਕ ਦਿਨ ਆਪ ਇਸ ਵੇਈ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਤੇ ਵਾਪਸ ਨਹੀਂ ਆਉਂਦੇ। ਕੁੱਲ 3 ਦਿਨ ਆਪ ਇਸ ਵੇਈ ਦੇ ਵਿੱਚ ਰਹਿੰਦੇ ਹਨ। ਇਹ ਸਾਖੀ ਦੇ ਵਿੱਚ ਕਿਹਾ ਜਾਂਦਾ ਹੈ। ਤੇ ਜਦੋਂ ਆਪ ਇਸ ਵੇਈ ਚੋਂ ਬਾਹਰ ਆਉਂਦੇ ਹਨ ਤਾਂ ਲੋਕ ਪੁੱਛਦੇ ਹਨ ਤਾਂ ਆਪ ਜਵਾਬ ਦਿੰਦੇ ਹਨ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਸੋ ਆਪ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਸਾਹਿਬ ਯਾਤਰਾਵਾਂ ਤੇ ਚਾਲੇ ਪਾ ਲੈਂਦੇ ਹਨ, ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਜਿਸ ਦਾ ਉਦੇਸ਼ ਸਿਰਫ ਇੰਨਾ ਸੀ ਕਿ ਇਸ ਭਟਕੀ ਹੋਈ ਦੁਨੀਆ ਨੂੰ, ਭਟਕੇ ਹੋਏ ਸਮਾਜ ਦੇ ਵਿੱਚੋਂ ਜੋ ਕੁਰੀਤੀਆਂ ਸਨ ਉਹਨਾਂ ਨੂੰ ਦੂਰ ਕਰਨਾ ਸੀ। ਸੋ ਗੁਰੂ ਸਾਹਿਬ ਨੇ ਇਸ ਦੌਰਾਨ ਜੋ ਕੁਝ ਵੀ ਲੋਕਾਂ ਨੂੰ ਦੱਸਿਆ, ਜਿਹੜੀਆਂ ਗੱਲਾਂ ਵੀ ਕੀਤੀਆਂ, ਉਹਨਾਂ ਨੂੰ ਆਪਾਂ ਗੁਰੂ ਜੀ ਦੀਆਂ ਸਿੱਖਿਆਵਾਂ ਕਹਿੰਦੇ ਹਾਂ। ਉਹਨਾਂ ਦੇ ਜੋ ਵਿਚਾਰ ਸਨ ਉਹਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਕਿਹਾ ਜਾਂਦਾ ਹੈ। ਚਲੋ ਆਪਾਂ ਹੁਣ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ। ਵਿਦਿਆਰਥੀਓ, ਇਹ ਤੁਸੀਂ ਹੁਣ ਆਪਣੀ ਸਕਰੀਨ ਤੇ ਜੋ ਦੇਖ ਰਹੇ ਹੋ, ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਇੱਕ ਮਾਈਂਡ ਮੈਪ। ਇਸ ਵਿੱਚ ਜਿਵੇਂ ਅਸੀਂ ਬੜੀ ਆਸਾਨੀ ਨਾਲ ਪੜ੍ਹ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਕਿਹੜੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ। ਉਹਨਾਂ ਨੇ ਕਿਹਾ ਪਰਮਾਤਮਾ ਇੱਕ ਹੈ, ਪਰਮਾਤਮਾ ਸਰਬ ਸ਼ਕਤੀਮਾਨ ਹੈ, ਪਰਮਾਤਮਾ ਮਹਾਨ ਹੈ, ਸਰਵਉੱਚ ਹੈ, ਪਰਮਾਤਮਾ ਦਿਆਲੂ ਹੈ, ਪਰਮਾਤਮਾ ਨਿਰੰਕਾਰ ਹੈ। ਪਰਮਾਤਮਾ ਦੇ ਹੁਕਮ ਦਾ ਵੀ ਮਹੱਤਵ ਉਹਨਾਂ ਨੇ ਦੱਸਿਆ। ਜਿਵੇਂ ਸੱਚਖੰਡ ਦੀ ਗੱਲ ਕੀਤੀ, ਤਪੱਸਿਆ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਨਾਮ ਜਪਣ ਦੀ ਗੁਰੂ ਸਾਹਿਬ ਨੇ ਗੱਲ ਕੀਤੀ। ਉਹਨਾਂ ਨੇ ਸਾਨੂੰ ਹਉਮੈ ਦਾ ਤਿਆਗ ਕਰਨ ਲਈ ਵੀ ਕਿਹਾ। ਉਹਨਾਂ ਨੇ ਗੁਰੂ ਦੀ ਲੋੜ, ਗੁਰੂ ਦੀ ਇੰਪੋਰਟੈਂਸ ਜਿਹੜੀ ਹੈ ਸਾਨੂੰ ਉਹ ਵੀ ਦੱਸੀ। ਉਹਨਾਂ ਨੇ ਗੁਰੂ ਦੀ ਲੋੜ, ਗੁਰੂ ਦੀ ਇੰਪੋਰਟੈਂਸ ਦੀ ਵੀ ਗੱਲ ਕੀਤੀ। ਉਹਨਾਂ ਨੇ ਸਦਾਚਾਰ ਉੱਤੇ ਜ਼ੋਰ ਦੇਣ ਲਈ ਵੀ ਕਿਹਾ। ਉਹਨਾਂ ਨੇ ਜਾਤ ਪਾਤ ਦਾ ਖੰਡਨ ਵੀ ਕੀਤਾ। ਸੋ ਬੱਚਿਓ, ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ। ਹੁਣ ਆਪਾਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਜੋ ਹਨ ਉਹਨਾਂ ਨੂੰ ਇੱਕ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਸੇ ਗੂੜ ਫਿਲਾਸਫੀ ਦਾ ਪ੍ਰਚਾਰ ਨਹੀਂ ਸੀ ਕੀਤਾ। ਉਹਨਾਂ ਨੇ ਜਿੰਨੀਆਂ ਵੀ ਆਪਣੀਆਂ ਸਿੱਖਿਆਵਾਂ ਦਿੱਤੀਆਂ, ਉਹਨਾਂ ਦੇ ਵਿੱਚ ਬੱਚਿਓ ਉਹਨਾਂ ਨੇ ਲੋਕਾਂ ਦੀ ਉਸ ਸਮੇਂ ਦੀ ਜਿਹੜੀ ਆਸਾਨ ਪੰਜਾਬੀ ਭਾਸ਼ਾ ਸੀ ਉਸ ਦੀ ਵਰਤੋਂ ਕੀਤੀ। ਅਤੇ ਦੂਸਰੀ ਗੱਲ ਹੋਰ, ਉਹਨਾਂ ਨੇ ਜਿਹੜੀਆਂ ਆਪਣੀਆਂ ਸਿੱਖਿਆਵਾਂ ਸੀ ਉਹ ਕਲਪਨਾ ਤੇ ਆਧਾਰਿਤ ਗੱਲਾਂ ਨਹੀਂ ਸੀ ਕੀਤੀਆਂ, ਸਗੋਂ ਉਹਨਾਂ ਦੀਆਂ ਗੱਲਾਂ ਲੋਕਾਂ ਦੇ ਜੀਵਨ ਦੇ ਨਾਲ ਸੰਬੰਧ ਰੱਖਦੀਆਂ ਸੀ। ਸੋ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹਨ ਉਹਨਾਂ ਦਾ ਸਾਰ ਇਹੀ ਹੈ ਕਿ ਮਨੁੱਖ ਨੂੰ ਸੰਸਾਰ ਵਿੱਚ ਰਹਿੰਦੇ ਹੋਏ ਸੱਚੇ ਦਿਲ ਨਾਲ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ, ਉਸ ਦੀ ਬੰਦਗੀ ਕਰਨੀ ਚਾਹੀਦੀ ਹੈ, ਚੰਗੇ ਕੰਮ ਕਰਨੇ ਚਾਹੀਦੇ ਹਨ। ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਹਨ ਉਹ ਇਸ ਤਰ੍ਹਾਂ ਹਨ, ਜਿਵੇਂ ਉਹ ਪਰਮਾਤਮਾ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਲਿਖਦੇ ਹਨ ਕਿ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇਸ ਵਿੱਚ ਉਹ ਪਰਮਾਤਮਾ ਸੰਬੰਧੀ ਸਾਰਾ ਕੁਝ ਹੀ ਕਹਿ ਦਿੰਦੇ ਹਨ। ਇਹ ਇੱਕ ਤਰ੍ਹਾਂ ਦਾ ਆਪਾਂ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਪੋਇਮ ਦੇ ਵਿੱਚ ਤੁਹਾਨੂੰ ਸੈਂਟਰਲ ਆਈਡੀਆ ਪੜ੍ਹਨ ਨੂੰ ਮਿਲਦਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਾਰਾ ਕੁਝ ਗਾਗਰ ਵਿੱਚ ਸਾਗਰ ਇਹਨਾਂ ਲਾਈਨਾਂ ਵਿੱਚ ਪਾਈ ਹੋਈ ਹੈ। ਗੁਰੂ ਸਾਹਿਬ ਕੀ ਕਹਿੰਦੇ ਹਨ, ਚਲੋ ਆਪਾਂ ਪੜ੍ਹਦੇ ਹਾਂ।
ਗੁਰੂ ਸਾਹਿਬ ਸਭ ਤੋਂ ਪਹਿਲਾਂ ਕਹਿੰਦੇ ਹਨ ਕਿ ਪਰਮਾਤਮਾ ਇੱਕ ਹੈ। ਉਹਨਾਂ ਨੇ ਪਰਮਾਤਮਾ ਦੀ ਏਕਤਾ ਦਾ ਹੀ ਪ੍ਰਚਾਰ ਕੀਤਾ। ਉਹਨਾਂ ਦੇ ਵਿਚਾਰਾਂ ਦੇ ਅਨੁਸਾਰ ਬ੍ਰਹਮਾ, ਵਿਸ਼ਨੂੰ, ਮਹੇਸ਼, ਇਹ ਸਭ ਜੋ ਹਨ ਇਹ ਇੱਕ ਅਕਾਲ ਪੁਰਖ ਜਿਹੜਾ ਪਰਮਾਤਮਾ ਹੈ ਉਸ ਦੀ ਬਣਾਈ ਹੋਈ ਇੱਕ ਰਚਨਾ ਹੈ। ਸਭ ਤੋਂ ਉੱਚਾ ਜੋ ਹੈ ਉਹ ਪਰਮਾਤਮਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਔਰ ਉਹ ਇੱਕ ਹੈ, ਉਹ ਜ਼ਿਆਦਾ ਨਹੀਂ ਹਨ। ਉਹਨਾਂ ਦੇ ਅਨੁਸਾਰ ਦੁਨੀਆ ਦਾ ਹੋਰ ਕੋਈ ਵੀ ਗੁਰੂ, ਦੇਵੀ ਦੇਵਤਾ, ਕੋਈ ਵੀ ਜੋ ਹੈ ਉਸ ਅਕਾਲ ਪੁਰਖ ਦੀ ਥਾਂ ਨਹੀਂ ਲੈ ਸਕਦਾ। ਇਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਪਰਮਾਤਮਾ ਹੈ ਉਹ ਸਰਵ ਸ਼ਕਤੀਮਾਨ ਹੈ ਅਤੇ ਸਰਵ ਵਿਆਪਕ ਹੈ। ਉਹਨਾਂ ਦੇ ਵਿਚਾਰ ਜਿਹੜੇ ਹਨ ਉਹ ਇਹੀ ਹਨ ਕਿ ਉਹ ਪਰਮਾਤਮਾ ਨੂੰ ਅਸੀਂ ਕਿਸੇ ਮੰਦਰ ਜਾਂ ਮਸਜਿਦ ਵਿੱਚ ਨਹੀਂ ਰੋਕ ਕੇ ਰੱਖ ਸਕਦੇ। ਉਹ ਸੰਸਾਰ ਦੇ ਹਰ ਜੀਵ ਦੇ ਵਿੱਚ ਰਹਿੰਦਾ ਹੈ। ਸੋ ਗੁਰੂ ਜੀ ਦੇ ਮਤ ਅਨੁਸਾਰ ਜਿਹੜਾ ਪਰਮਾਤਮਾ ਹੈ ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ। ਅਗਲੀ ਸਿੱਖਿਆ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਪਰਮਾਤਮਾ ਹੈ ਉਹ ਮਹਾਨ ਹੈ, ਉਹ ਸਰਵਉੱਚ ਹੈ। ਗੁਰੂ ਜੀ ਦੇ ਅਨੁਸਾਰ ਪਰਮਾਤਮਾ ਜਿਹੜਾ ਹੈ ਉਹ ਮਹਾਨ ਤੇ ਸਰਵਉੱਚ ਹੈ। ਉਸ ਦੀ ਮਹਾਨਤਾ ਤੇ ਸਰਵ ਉੱਚਤਾ ਨੂੰ ਬਿਆਨ ਕਰਨਾ ਕਿਸੇ ਵੀ ਮਨੁੱਖ ਲਈ ਸੰਭਵ ਨਹੀਂ ਹੈ। ਬੇਅੰਤ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਤੇ ਸਰਵ ਉੱਚਤਾ ਤੇ ਗੀਤ ਗਾਏ ਹਨ। ਹਜ਼ਾਰਾਂ ਹੀ ਪੁਸਤਕਾਂ ਇਸ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਵਿੱਚ ਪਰਮਾਤਮਾ ਦੀ ਮਹਾਨਤਾ ਅਤੇ ਸਰਵ ਉੱਚਤਾ ਦਾ ਜ਼ਿਕਰ ਤੱਕ ਕੀਤਾ ਹੋਇਆ ਹੈ, ਪਰ ਫਿਰ ਵੀ ਉਸ ਦੀ ਮਹਾਨਤਾ ਅਤੇ ਸਰਵ ਉੱਚਤਾ ਦਾ ਪੂਰਾ ਵਰਣਨ ਅੱਜ ਤੱਕ ਨਹੀਂ ਕੀਤਾ ਜਾ ਸਕਿਆ। ਉਹ ਕੇਵਲ ਆਪਣੀ ਵਾਸਤਵਿਕ ਮਹਾਨਤਾ ਆਪ ਹੀ ਜਾਣਦਾ ਹੈ। ਕੋਈ ਦੂਸਰਾ ਉਸ ਦੀ ਮਹਾਨਤਾ ਨੂੰ ਪਤਾ ਨਹੀਂ ਕਰ ਸਕਦਾ, ਕਿਉਂਕਿ ਉਹ ਸਰਵਉੱਚ ਹੈ, ਉਹ ਸਭ ਤੋਂ ਉੱਚਾ ਹੈ, ਉਹ ਸਭ ਤੋਂ ਮਹਾਨ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਨਿਰੰਕਾਰ ਹੈ। ਕਹਿਣ ਦਾ ਭਾਵ ਕਿ ਉਸ ਪਰਮਾਤਮਾ ਦਾ ਕੋਈ ਰੰਗ, ਕੋਈ ਰੂਪ ਨਹੀਂ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦਿਆਲੂ ਵੀ ਹੈ। ਉਹ ਆਪਣੇ ਲੋਕਾਂ ਦੀ ਦੇਖਭਾਲ ਨਹੀਂ ਕਰਦਾ, ਸਗੋਂ ਉਹਨਾਂ ਨੂੰ ਜੀਵਨ ਦੀਆਂ ਜ਼ਰੂਰੀ ਵਸਤਾਂ ਵੀ ਪ੍ਰਦਾਨ ਕਰਦਾ ਹੈ। ਆਪ ਜੀ ਦਾ ਮਤ ਸੀ ਕਿ ਸਾਨੂੰ ਜੋ ਵੀ ਕੁਝ ਮਿਲ ਰਿਹਾ ਹੈ ਇਹ ਉਸੇ ਗੁਰੂ ਜਾਂ ਉਸੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਿਲ ਰਿਹਾ ਹੈ। ਇਸ ਤੋਂ ਬਾਅਦ ਗੁਰੂ ਜੀ ਪਰਮਾਤਮਾ ਦੇ ਹੁਕਮ ਦਾ ਵੀ ਮਹੱਤਵ ਦੱਸਦੇ ਹੋਏ ਆਖਦੇ ਹਨ ਕਿ ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਬਣਾਈ ਹੋਈ ਹੈ ਉਸ ਦੇ ਹੁਕਮ ਅਨੁਸਾਰ ਸਭ ਕੁਝ ਹੋ ਰਿਹਾ ਹੈ। ਸਾਨੂੰ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਉਹ ਜਪਜੀ ਸਾਹਿਬ ਵਿੱਚ ਲਿਖਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ ਉਹ ਪੂਰੀ ਤਰ੍ਹਾਂ ਉਸ ਵਿੱਚ ਲੀਨ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਨਾਮ ਜਪਣ ਬਾਰੇ ਕਹਿੰਦੇ ਹਨ ਕਿ ਸਾਨੂੰ ਨਾਮ ਜਪਣਾ ਚਾਹੀਦਾ ਹੈ। ਉਹਨਾਂ ਨੇ ਨਾਮ ਜਪਣ ਉੱਪਰ ਬਹੁਤ ਜ਼ੋਰ ਦਿੱਤਾ। ਉਹਨਾਂ ਦੇ ਅਨੁਸਾਰ ਨਾਮ ਜਪਣ ਦੇ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਅਨੁਸਾਰ ਜਿਵੇਂ ਸਰੀਰ ਅਤੇ ਕੱਪੜੇ ਦੀ ਮੈਲ ਉਤਾਰਨ ਲਈ ਪਾਣੀ ਅਤੇ ਸਾਬਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਮਨ ਦੀ ਮੈਲ ਉਤਾਰਨ ਦੇ ਲਈ ਨਾਮ ਦੀ ਲੋੜ ਹੁੰਦੀ ਹੈ। ਨਾਮ ਹੀ ਸਮਾਜ ਦੇ ਦੁੱਖਾਂ ਦਾ ਇਲਾਜ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਆਤਮ ਸਮਰਪਣ ਜਾਂ ਹਉਮੈ ਤਿਆਗ ਬਾਰੇ ਆਖਦੇ ਹਨ ਕਿ ਪਰਮਾਤਮਾ ਦੀ ਮਿਹਰ ਅਤੇ ਦਇਆ ਪ੍ਰਾਪਤ ਕਰਨ ਲਈ ਸਾਨੂੰ ਤਿਆਗ ਅਤੇ ਆਤਮ ਸਮਰਪਣ ਕਰਨਾ ਬਹੁਤ ਹੀ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਆਪ ਗਵਾਈਏ ਤਾਂ ਸੋ ਪਾਈਏ। ਸੋ ਜਿਹੜੇ ਵੀ ਲੋਕ ਆਤਮ ਸਮਰਪਣ ਜਾਂ ਹਉਮੈ ਦਾ ਤਿਆਗ ਨਹੀਂ ਕਰਦੇ, ਪਰਮਾਤਮਾ ਦੀ ਦਇਆ ਦ੍ਰਿਸ਼ਟੀ ਉਹਨਾਂ ਤੇ ਨਹੀਂ ਹੁੰਦੀ। ਸੋ ਪਰਮਾਤਮਾ ਨੂੰ ਪਾਉਣ ਲਈ ਸਾਨੂੰ ਆਤਮ ਸਮਰਪਣ ਕਰਨਾ ਪੈਂਦਾ ਹੈ, ਸਾਨੂੰ ਆਪਣੀ ਹਉਮੈ ਨੂੰ ਛੱਡਣਾ ਪੈਂਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਗੁਰੂ ਦੀ ਲੋੜ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਆਖਦੇ ਹਨ ਕਿ ਪਰਮਾਤਮਾ ਨੂੰ ਗੁਰੂ ਤੋਂ ਬਿਨਾਂ ਪਾਇਆ ਨਹੀਂ ਜਾ ਸਕਦਾ। ਗੁਰੂ ਤੋਂ ਬਿਨਾਂ ਕੁੱਪ ਹਨੇਰਾ ਹੈ। ਗੁਰੂ ਇੱਕ ਬੇੜੀ ਦੇ ਸਮਾਨ ਹੁੰਦਾ ਹੈ ਜਿਸ ਰਾਹੀਂ ਬੰਦਾ ਆਪਣੀ ਮੰਜ਼ਿਲ ਤੇ ਪੁੱਜ ਸਕਦਾ ਹੈ। ਸੋ ਬਿਲਕੁਲ ਠੀਕ ਗੱਲ ਹੈ ਕਿ ਗੁਰੂ ਤੋਂ ਬਿਨਾਂ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਪਾਇਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਕਰਮ ਸਿਧਾਂਤ ਵਿੱਚ ਵਿਸ਼ਵਾਸ। ਗੁਰੂ ਜੀ ਕਰਮ ਸਿਧਾਂਤ ਵਿੱਚ ਵੀ ਵਿਸ਼ਵਾਸ ਰੱਖਦੇ ਸਨ।
ਉਹਨਾਂ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਮਨੁੱਖ ਆਪਣੇ ਕਰਮਾਂ ਕਰਕੇ ਹੀ, ਮੈਂ ਤਾਂ ਕਹਾਂਗਾ ਕਿ ਬੁਰੇ ਕਰਮਾਂ ਕਰਕੇ ਹੀ ਵਾਰ-ਵਾਰ ਜੰਮਦਾ ਤੇ ਮਰਦਾ ਹੈ। ਸੋ ਗੁਰੂ ਸਾਹਿਬ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਜੇਕਰ ਸੱਚੇ ਮਨ ਦੇ ਨਾਲ ਉਸ ਦਾ ਨਾਮ ਜਪਣ, ਚੰਗੇ ਕਰਮ ਕਰਨ, ਵੰਡ ਕੇ ਛਕਣ ਤਾਂ ਮਰਨ ਉਪਰੰਤ ਉਹਨਾਂ ਦੀ ਆਤਮਾ ਨੂੰ ਮੁਕਤੀ ਮਿਲ ਸਕਦੀ ਹੈ। ਉਹ ਵਾਰ-ਵਾਰ ਮਰਨ ਜੰਮਣ ਦੇ ਆਵਾਗਮਨ ਚੋਂ ਨਿਕਲ ਸਕਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਦੀ ਭਰਾਤਰੀ ਭਾਵ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦੇ ਅਨੁਸਾਰ ਸਾਰੇ ਸੰਸਾਰ ਦੇ ਮਨੁੱਖ ਭਰਾ ਹਨ। ਉਹ ਇਹ ਵੀ ਕਹਿੰਦੇ ਹਨ ਕਿ ਮਨੁੱਖ ਨੂੰ ਇੱਕ ਦੂਜੇ ਨਾਲ ਪ੍ਰੇਮ ਸਹਿਤ ਰਹਿਣਾ ਚਾਹੀਦਾ ਹੈ। ਉਹਨਾਂ ਨੇ ਆਪਣਾ ਜਿਹੜਾ ਉਪਦੇਸ਼ ਦਿੱਤਾ ਸੀ, ਜਦੋਂ ਉਹ ਕਹਿੰਦੇ ਸੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਜਿਸ ਦਾ ਅਰਥ ਬਿਲਕੁਲ ਇੰਨਾ ਹੀ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਇੱਕ ਸਮਾਨ ਹਨ। ਸਦਾਚਾਰ ਉੱਪਰ ਜ਼ੋਰ। ਗੁਰੂ ਜੀ ਪ੍ਰਭੂ ਭਗਤੀ ਦੇ ਨਾਲ-ਨਾਲ ਸਦਾਚਾਰ ਦੇ ਨਿਯਮਾਂ ਉੱਪਰ ਵੀ ਜ਼ੋਰ ਦਿੰਦੇ ਸਨ। ਉਹ ਆਪਣੇ ਸ਼ਰਧਾਲੂਆਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਲਈ, ਸੱਚ ਬੋਲਣ ਲਈ, ਚੋਰੀ ਨਾ ਕਰਨ ਲਈ, ਇਮਾਨਦਾਰੀ ਨਾਲ ਰੋਜੀ ਕਮਾਉਣ ਲਈ, ਕਿਸੇ ਦਾ ਦਿਲ ਨਾ ਦਿਖਾਉਣ ਲਈ ਅਤੇ ਲੋੜਵੰਦ ਦੀ ਹਰ ਸਮੇਂ ਮਦਦ ਕਰਨ ਲਈ ਕਹਿੰਦੇ ਸਨ। ਉਹਨਾਂ ਦੇ ਵਿਚਾਰ ਅਨੁਸਾਰ ਜੋ ਮਨੁੱਖ ਸਦਾਚਾਰੀ ਨਹੀਂ ਹੈ ਉਹ ਪਰਮਾਤਮਾ ਦਾ ਸੱਚਾ ਭਗਤ ਨਹੀਂ ਬਣ ਸਕਦਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਸਦਾਚਾਰ ਵਾਲਾ ਜੀਵਨ ਬਤੀਤ ਕਰਨ ਦੇ ਲਈ ਉਤਸ਼ਾਹਿਤ ਕੀਤਾ, ਪ੍ਰੇਰਿਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤਪੱਸਿਆ ਵਿੱਚ ਅਵਿਸ਼ਵਾਸ ਦੀ। ਗੁਰੂ ਸਾਹਿਬ ਨੂੰ ਤਪੱਸਿਆ ਵਿੱਚ ਵੀ ਵਿਸ਼ਵਾਸ ਨਹੀਂ ਸੀ। ਗੁਰੂ ਜੀ ਸੰਸਾਰ ਨੂੰ ਛੱਡ ਕੇ ਜੰਗਲਾਂ ਅਤੇ ਪਹਾੜੀ ਗੁਫਾਵਾਂ ਵਿੱਚ ਜਾ ਕੇ ਤਪੱਸਿਆ ਕਰਨ ਦੇ ਪੱਖ ਵਿੱਚ ਨਹੀਂ ਸਨ। ਉਹ ਕਹਿੰਦੇ ਸਨ ਕਿ ਮਨੁੱਖ ਨੂੰ ਲੋਕਾਂ ਵਿੱਚ ਹੀ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮੋਹ ਮਾਇਆ ਨੂੰ ਤਿਆਗ ਕੇ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ। ਮਨੁੱਖ ਨੂੰ ਲੋਕਾਂ ਵਿੱਚ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ। ਗੁਰੂ ਜੀ ਨੇ ਆਪਣੇ ਅੰਤਲੇ ਸਮੇਂ ਕਰਤਾਰਪੁਰ ਵਿੱਚ ਰਹਿ ਕੇ ਇੱਕ ਆਦਰਸ਼ ਗ੍ਰਸਤੀ ਜੀਵਨ ਬਤੀਤ ਕਰਕੇ ਆਪਣੇ ਅਨੁਯਾਈਆਂ ਲਈ ਅਮਲੀ ਰੂਪ ਵਿੱਚ ਇਹ ਉਦਾਹਰਣ ਪੇਸ਼ ਕੀਤੀ ਕਿ ਮਨੁੱਖ ਘਰ ਵਿੱਚ ਰਹਿ ਕੇ ਵੀ ਉਸ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਜਾਤ ਪਾਤ ਦਾ ਖੰਡਨ। ਗੁਰੂ ਜੀ ਨੇ ਜਾਤ ਪਾਤ ਦਾ ਵੀ ਖੰਡਨ ਕੀਤਾ। ਜਦੋਂ ਗੁਰੂ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਸਮੇਂ ਸਮਾਜ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਪਾਈਆਂ ਜਾ ਰਹੀਆਂ ਸਨ। ਹਿੰਦੂ ਸਮਾਜ 4 ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਅਤੇ ਇਸ ਤੋਂ ਬਿਨਾਂ ਵੀ ਹੋਰ ਅਨੇਕਾਂ ਉਪ ਜਾਤੀਆਂ ਜਿਹੜੀਆਂ ਸਨ ਉਦੋਂ ਬਣ ਜਾਂਦੀਆਂ ਹਨ। ਉੱਚੀਆਂ ਜਾਤਾਂ ਦੇ ਲੋਕ ਨੀਵੀਆਂ ਜਾਤੀਆਂ ਵਾਲਿਆਂ ਨੂੰ ਨਫ਼ਰਤ ਕਰਦੇ ਸਨ। ਉਹਨਾਂ ਦੇ ਨਾਲ ਮੇਲ ਮਿਲਾਪ ਵੀ ਨਹੀਂ ਸਨ ਰੱਖਦੇ। ਸੋ ਗੁਰੂ ਜੀ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਸੀ ਲੱਗਦਾ। ਉਹਨਾਂ ਨੇ ਇਸ ਚੀਜ਼ ਵੱਲ ਆਪਣੀ ਆਵਾਜ਼ ਉਠਾਈ। ਉਹਨਾਂ ਦੇ ਅਨੁਸਾਰ ਸਭ ਇੱਕ ਅਕਾਲ ਪੁਰਖ ਦੀ ਔਲਾਦ ਹਨ ਅਤੇ ਇੱਕ ਸਮਾਨ ਹਨ। ਉਹਨਾਂ ਲਈ ਹਿੰਦੂ ਅਤੇ ਮੁਸਲਮਾਨ ਵੱਡੇ ਛੋਟੇ ਭਰਾ ਦੀ ਤਰ੍ਹਾਂ ਸੀ। ਇਸ ਲਈ ਗੁਰੂ ਜੀ ਨੇ ਜਾਤੀ ਪ੍ਰਥਾ, ਛੂਤ ਛਾਤ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਇਸੇ ਬਿਮਾਰੀ ਨੂੰ ਖਤਮ ਕਰਨ ਲਈ, ਇਸੇ ਕੋੜ ਨੂੰ ਖਤਮ ਕਰਨ ਲਈ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਅਤੇ ਪੰਗਤ ਪ੍ਰਥਾ ਸ਼ੁਰੂ ਕਰਕੇ ਛੂਤ ਛਾਤ ਦੀ ਬਿਮਾਰੀ ਨੂੰ ਸਦਾ ਲਈ ਜੜੋਂ ਖਤਮ ਕਰ ਦਿੱਤਾ। ਖੋਖਲੇ ਰੀਤੀ ਰਿਵਾਜਾਂ ਦਾ ਖੰਡਨ। ਗੁਰੂ ਜੀ ਨੇ ਸਮਾਜ ਵਿੱਚ ਚੱਲ ਰਹੇ ਖੋਖਲੇ ਰੀਤੀ ਰਿਵਾਜਾਂ ਅਤੇ ਪਖੰਡਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਹਨਾਂ ਨੇ ਮੂਰਤੀ ਪੂਜਾ ਦਾ ਕਰੜੇ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨੀ ਵਿਅਰਥ ਹੈ, ਗਲਤ ਹੈ। ਉਹਨਾਂ ਨੇ ਜਗ ਅਤੇ ਬਲੀ ਦੇਣ ਨੂੰ ਵੀ ਵਿਅਰਥ ਦੱਸਿਆ। ਉਹਨਾਂ ਨੇ ਤੀਰਥ ਯਾਤਰਾ, ਵਰਤ, ਜੰਗਲ ਵਿੱਚ ਜਾ ਕੇ ਤਪ ਕਰਨਾ, ਸੂਰਜ ਨੂੰ ਪਾਣੀ ਦੇਣਾ ਆਦਿ ਕਈ ਬਿਮਾਰੀਆਂ ਦਾ, ਕਈ ਕੁਰੀਤੀਆਂ ਦਾ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਨੇ ਇਸਤਰੀਆਂ ਦੀ ਮਹਿਮਾ ਵੀ ਇਸ ਤਰ੍ਹਾਂ
ਜ਼ਾਹਿਰ ਕੀਤੀ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿਉਂਕਿ ਉਸ ਸਮੇਂ ਇਸਤਰੀਆਂ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਸੀ। ਸੋ ਇਹ ਸਨ ਗੁਰੂ ਸਾਹਿਬ ਜੀ ਦੀਆਂ ਕੁਝ ਸਿੱਖਿਆਵਾਂ। ਸੋ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਹੈ ਅਤੇ ਇੱਕ ਚੰਗਾ ਭਾਰਤ ਦਾ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਅਸੀਂ ਗੁਰੂ ਸਾਹਿਬ ਦੀਆਂ ਇਹਨਾਂ ਸਿੱਖਿਆਵਾਂ ਨੂੰ ਆਪਣੇ ਲੜ ਬੰਨ੍ਹ ਲਈਏ ਤਾਂ ਅਸੀਂ ਆਪਣੇ ਭਾਰਤ ਨੂੰ ਇੱਕ ਵਾਰੀ ਤੋਂ ਫਿਰ ਸੋਨੇ ਦੀ ਚਿੜੀ ਬਣਾ ਸਕਦੇ ਹਾਂ। ਬੱਚਿਓ, ਹੁਣ ਆਪਾਂ ਅੰਤ ਵਿੱਚ ਇੱਕ ਐਕਸਰਸਾਈਜ਼ ਕਰਦੇ ਹਾਂ ਜਿਸ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਹੁਣ ਤੱਕ ਅਸੀਂ ਜਿੰਨੀਆਂ ਵੀ ਗੱਲਾਂ ਸੁਣੀਆਂ ਹਨ ਕੀ ਸਾਨੂੰ ਸਮਝ ਲੱਗ ਗਈਆਂ ਹਨ। ਚਲੋ ਸ਼ੁਰੂ ਕਰਦੇ ਹਾਂ। ਇੱਕ ਛੋਟੀ ਜਿਹੀ ਐਕਸਰਸਾਈਜ਼ ਤੁਹਾਡੇ ਲਈ। ਤੁਹਾਡਾ ਅੱਜ ਲਈ ਪਹਿਲਾ ਕੁਐਸਚਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਡੈਸ਼ ਈਸਵੀ ਵਿੱਚ ਸ਼ੁਰੂ ਕੀਤੀ ਸੀ। ਸ਼ਾਬਾਸ਼ ਬੱਚਿਓ, ਸੋਚੋ ਇਸ ਬੱਚੇ ਵਾਂਗੂ ਤੁਸੀਂ ਵੀ ਸੋਚੋ। ਸੋ ਇਸ ਦਾ ਠੀਕ ਆਨਸਰ ਹੈ ਲਗਭਗ 1500 ਈਸਵੀ ਨੂੰ ਗੁਰੂ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ। ਸੋ ਬੱਚਿਓ, ਇਸ ਲੜੀ ਵਿੱਚ ਹੁਣ ਅੱਜ ਦਾ ਦੂਸਰਾ ਕੁਐਸਚਨ ਇਸ ਤਰ੍ਹਾਂ ਹੈ, ਡੈਸ਼ ਨਾਂ ਦਾ ਰਬਾਬੀ ਵੀ ਯਾਤਰਾ ਤੇ ਗੁਰੂ ਜੀ ਦੇ ਨਾਲ ਗਿਆ ਸੀ। ਸੋਚੋ ਬੱਚਿਓ, ਮੈਂ ਦੱਸਿਆ ਸੀ ਤੁਹਾਨੂੰ ਕੌਣ ਗਿਆ ਸੀ ਉਹਨਾਂ ਦੇ ਨਾਲ। ਸ਼ਾਬਾਸ਼। ਸੋ ਇਸ ਦਾ ਠੀਕ ਆਨਸਰ ਹੈ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਗਏ ਸਨ। ਹੁਣ ਤੀਸਰਾ ਕੁਐਸਚਨ ਤੁਹਾਡੇ ਅੱਗੇ ਪੇਸ਼ ਹੈ। ਤਾਲੰਬਾ ਵਿਖੇ ਗੁਰੂ ਜੀ ਦੀ ਮੁਲਾਕਾਤ ਡੈਸ਼ ਨਾਲ ਹੁੰਦੀ ਹੈ। ਗੁਰੂ ਜੀ ਦੀ ਮੁਲਾਕਾਤ ਜਦੋਂ ਉਹ ਤਾਲੰਬਾ ਜਾਂਦੇ ਆ ਤਾਂ ਕਿਸ ਨਾਲ ਹੁੰਦੀ ਹੈ? ਸੋਚੋ ਇੱਕ ਵਾਰੀ। ਚਲੋ ਇਸ ਦਾ ਆਨਸਰ ਵੀ ਮੈਂ ਦੱਸ ਦਿੰਦਾ ਹਾਂ, ਸੱਜਣ। ਸੋ ਅੱਜ ਦਾ ਚੌਥਾ ਕੁਐਸਚਨ ਹੈ ਤੁਹਾਡੇ ਲਈ, ਹਰਿਦੁਆਰ ਵਿਖੇ ਲੋਕ ਆਪਣੇ ਡੈਸ਼ ਨੂੰ ਪਾਣੀ ਦੇ ਰਹੇ ਸਨ। ਹਰਿਦੁਆਰ ਵਿਖੇ ਲੋਕ ਆਪਣੇ ਪਾਣੀ ਦੇ ਰਹੇ ਸਨ ਖੇਤਾਂ ਨੂੰ। ਕਿਹਨੂੰ ਦੇ ਰਹੇ ਸੀ? ਪਿੱਤਰਾਂ ਨੂੰ। ਪਰ ਬੱਚਿਓ, ਇੱਥੇ ਪਿੱਤਰਾਂ ਦਾ ਅਰਥ ਹੈ ਆਪਣੇ ਮਰ ਚੁੱਕੇ ਮਾਤਾ ਪਿਤਾ, ਵੱਡੇ ਵਡੇਰੇ। ਚਲੋ ਮੇਰਾ ਪੰਜਵਾਂ ਕੁਐਸਚਨ ਹੈ ਤੁਹਾਡੇ ਸਾਹਮਣੇ। ਲਓ ਜੀ, ਗੋਰਖ ਮਤੇ ਨੂੰ ਹੁਣ ਡੈਸ਼ ਕਿਹਾ ਜਾਂਦਾ ਹੈ। ਗੋਰਖ ਮਤੇ ਨੂੰ ਹੁਣ ਆਪਾਂ ਕੀ ਕਹਿੰਦੇ ਹਾਂ? ਸੋਚ ਕੇ ਦੇਖੋ ਮੈਡਮ ਜੀ ਤੁਸੀਂ ਵੀ। ਸ਼ਾਬਾਸ਼। ਗੋਰਖ ਮਤੇ ਨੂੰ ਅਸੀਂ ਹੁਣ ਨਾਨਕ ਮਤਾ ਆਖਦੇ ਹਾਂ। ਚਲੋ ਅਗਲਾ ਸਵਾਲ ਅਸੀਂ ਦੇਖਦੇ ਹਾਂ। ਕਾਮਰੂਪ ਵਿਖੇ ਗੁਰੂ ਜੀ ਦੀ ਮੁਲਾਕਾਤ ਡੈਸ਼ ਨਾਲ ਹੁੰਦੀ ਹੈ। ਬੱਚੋ, ਜਦੋਂ ਗੁਰੂ ਜੀ ਕਾਮਰੂਪ ਜਾਂਦੇ ਆ ਆਸਾਮ ਲੰਘ ਕੇ ਤਾਂ ਉਹਨਾਂ ਦੀ ਮੁਲਾਕਾਤ ਕਿਸੇ ਜਾਦੂਗਰਨੀ ਨਾਲ ਹੁੰਦੀ ਹੈ। ਦੇਖੀਏ ਆਨਸਰ ਬਿਲਕੁਲ ਠੀਕ, ਨੂਰ ਜਹਾਂ ਜਾਦੂਗਰਨੀ। ਉਹ ਜਾਦੂਗਰਨੀ ਸੀ, ਉਸ ਦੇ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਹੁੰਦੀ ਹੈ ਤੇ ਗੁਰੂ ਸਾਹਿਬ ਉਸ ਨੂੰ ਵੀ ਸੱਚੀ ਸੁੰਦਰਤਾ ਅਤੇ ਉੱਚੇ ਚਰਿੱਤਰ ਦਾ ਉਪਦੇਸ਼ ਦਿੰਦੇ ਹਨ। ਚਲੋ ਸਾਡਾ ਅਗਲਾ ਸਵਾਲ ਦੇਖਦੇ ਹਾਂ ਅਸੀਂ। ਦੂਸਰੀ ਉਦਾਸੀ ਦੀ ਸ਼ੁਰੂਆਤ ਡੈਸ਼ ਨੂੰ ਹੁੰਦੀ ਹੈ। ਹੁਣ ਪਹਿਲੀ ਉਦਾਸੀ ਤੋਂ ਬਾਅਦ ਜਦੋਂ ਉਹ ਘਰ ਆ ਜਾਂਦੇ ਹਨ ਤਾਂ ਉਸ ਤੋਂ ਬਾਅਦ ਫਿਰ ਉਹ ਦੂਸਰੀ ਉਦਾਸੀ ਲਈ ਜਾਂਦੇ ਹਨ। ਉਸ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਚਲੋ ਬੱਚਿਓ ਦੇਖਦੇ ਹਾਂ। ਸਾਡੇ ਮੈਡਮ ਜੀ ਤਾਂ ਸੋਚ ਰਹੇ ਹਨ, ਤੁਸੀਂ ਵੀ ਸੋਚ ਰਹੇ ਹੋਵੋਗੇ। ਸ਼ਾਬਾਸ਼। ਇਸ ਦਾ ਠੀਕ ਆਨਸਰ ਹੈ 1517 ਈਸਵੀ ਨੂੰ ਦੂਸਰੀ ਉਦਾਸੀ ਲਈ ਗੁਰੂ ਸਾਹਿਬ ਜੋ ਹਨ ਉਹ ਘਰੋਂ ਨਿਕਲਦੇ ਹਨ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇੱਕ ਛੋਟਾ ਜਿਹਾ ਅਸੀਂ ਕੁਇਜ਼ ਵੀ ਖੇਡ ਕੇ ਦੇਖਦੇ ਹਾਂ। ਸੋ ਤੁਹਾਡੇ ਲਈ ਅੱਜ ਦਾ ਪਹਿਲਾ ਕੁਐਸਚਨ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਸਥਾਨ ਤੇ ਸੂਰਜ ਵੱਲ ਨੂੰ ਪਿੱਠ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਹਨ? ਯੂਅਰ ਆਪਸ਼ਨਸ ਆਰ ਕੁਰੂਕਸ਼ੇਤਰ, ਹਰਿਦੁਆਰ, ਕਾਮਰੂਪ ਜਾਂ ਜਗਨਨਾਥਪੁਰੀ। ਸੋ ਬੱਚਿਓ ਸੋਚੋ। ਦੇਖ ਲਓ ਦੋ ਬੱਚੇ ਤੁਹਾਡੇ ਨਾਲ ਹੋਰ ਸੋਚਣ ਲੱਗ ਪਏ ਹਨ। ਤੁਸੀਂ ਵੀ ਸ਼ਾਬਾਸ਼ ਸੋਚੋ। ਸੋ ਇਸ ਦਾ ਠੀਕ ਆਨਸਰ ਹੈ ਹਰਿਦੁਆਰ ਵਿਖੇ ਜੋ ਲੋਕ ਸਨ ਉਹ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਜੀ ਨੇ
ਪਿੱਠ ਕਰਕੇ ਪਾਣੀ ਦੇਣਾ ਸ਼ੁਰੂ ਕਰਤਾ। ਤਾਂ ਲੋਕਾਂ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ? ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਤਾਂ ਲੋਕ ਹੱਸਣ ਲੱਗ ਪਏ। ਲੋਕ ਕਹਿਣ ਲੱਗ ਪਏ ਅਜੀਬ ਗੱਲ ਹੈ, ਇਹ ਪਾਣੀ ਤੇਰੇ ਪਿੰਡ ਕਿਵੇਂ ਪਹੁੰਚ ਸਕਦਾ ਹੈ? ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਜੇ ਇਹ ਪਾਣੀ ਕੁਝ ਹਜ਼ਾਰ ਮੀਲ ਜਾਂ ਕੁਝ ਸੈਂਕੜੇ ਮੀਲ ਮੇਰੇ ਪਿੰਡ ਨਹੀਂ ਜਾ ਸਕਦਾ ਤਾਂ ਕਰੋੜਾਂ ਮੀਲ ਤੁਹਾਡੇ ਪਿੱਤਰਾਂ ਕੋਲ ਕਿਵੇਂ ਜਾ ਸਕਦਾ ਹੈ। ਸੋ ਉੱਥੇ ਗੁਰੂ ਜੀ ਨੇ ਲੋਕਾਂ ਦੇ ਵਿੱਚ ਇਸ ਅੰਧ ਵਿਸ਼ਵਾਸ ਦੇ ਉਹਨਾਂ ਨੂੰ ਪੰਡਿਆ, ਉਹਨਾਂ ਨੂੰ ਕਿਹਾ ਕਿ ਇਹ ਤੁਸੀਂ ਗਲਤ ਕਰ ਰਹੇ ਹੋ। ਅਗਲਾ ਕੁਐਸਚਨ ਦੇਖਦੇ ਹਾਂ। ਆਜੋ ਚਲੋ ਜੀ, ਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਸਥਾਨ ਤੇ ਲਾਲੋ ਨਾਮਕ ਤਰਖਾਣ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ? ਕਿਹੜੇ ਥਾਂ ਹੁੰਦੀ ਹੈ ਜੀ? ਚਲੋ ਜੀ, ਤੋਲੰਬਾ ਸ਼ਾਇਦ ਇੱਥੇ ਹੀ ਹੁੰਦੀ ਹੈ। ਚਲੋ ਦੇਖਦੇ ਹਾਂ ਕਿ ਅਹਿਮਦਾਬਾਦ ਸ਼ਾਇਦ ਇੱਥੇ ਵੀ ਹੁੰਦੀ ਹੈ, ਕਾਮਰੂਪ ਤੇ ਚੌਥੀ ਆਪਸ਼ਨ ਹੈ ਗੋਰਖਮਤੇ। ਸੋ ਇਹਨਾਂ ਚਾਰਾਂ ਵਿੱਚੋਂ ਕਿਤੇ ਉਹਨਾਂ ਦੀ ਮੁਲਾਕਾਤ ਲਾਲੋ ਨਾਮਕ ਤਰਖਾਣ ਨਾਲ ਹੁੰਦੀ ਹੈ, ਜਿਸ ਦੇ ਘਰ ਠਹਿਰ ਕੇ ਉਹ ਖਾਣਾ ਖਾਂਦੇ ਹਨ। ਸੋ ਇਸ ਦਾ ਠੀਕ ਆਨਸਰ ਹੈ ਅਹਿਮਦਾਬਾਦ। ਸਭ ਤੋਂ ਪਹਿਲਾਂ ਉਹ ਜਦੋਂ ਉਦਾਸੀ ਤੇ ਪਹਿਲੀ ਤੇ ਜਾਂਦੇ ਹਨ ਤਾਂ ਇਸ ਦੇ ਹੀ ਘਰ ਜਾਂਦੇ ਹਨ ਅਤੇ ਉੱਥੇ ਮਲਕ ਭਾਗੋ ਨਾਂ ਦੇ ਇੱਕ ਅਮੀਰ ਬੰਦੇ ਦਾ ਉਹ ਜੋ ਰੋਟੀ ਦੀ ਉਹਦੀ ਫਰਮਾਇਸ਼ ਹੈ ਜਾਂ ਉਹਦੀ ਪ੍ਰਾਹੁਣਚਾਰੀ ਹੈ ਉਸ ਨੂੰ ਮਨਾ ਕਰ ਦਿੰਦੇ ਹਨ। ਕਹਿੰਦੇ ਹਨ ਕਿ ਤੂੰ ਸਾਰਾ ਕੁਝ ਜੋ ਹੈ ਇਹ ਪਾਪ ਦੀ ਕਮਾਈ ਇਕੱਠੀ ਕੀਤੀ ਹੋਈ ਹੈ। ਤਾਂ ਉੱਥੇ ਲੋਕਾਂ ਨੂੰ ਉਹ ਉਸ ਦੀਆਂ ਰੋਟੀਆਂ ਵਿੱਚੋਂ ਖੂਨ ਕੱਢ ਕੇ ਵੀ ਦਿਖਾਉਂਦੇ ਹਨ। ਅਗਲਾ ਕੁਐਸਚਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੇ ਵਿੱਚ ਕਦੋਂ ਨੌਕਰੀ ਕੀਤੀ? ਇਹ ਪ੍ਰਸ਼ਨ ਥੋੜਾ ਮੈਨੂੰ ਔਖਾ ਲੱਗਦਾ ਹੈ ਕਿ ਜਦੋਂ ਉਹਨਾਂ ਦੀ ਭੈਣ ਨਾਨਕੀ ਉਹਨਾਂ ਨੂੰ ਸੁਲਤਾਨਪੁਰ ਲੈ ਗਈ ਤਾਂ ਉੱਥੇ ਉਹਨਾਂ ਨੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਸੀ 1486-87। ਅਗਲੀ ਆਪਸ਼ਨ ਰਹੀ 87-88। ਅਗਲੀ ਆਪਸ਼ਨ ਹੈ 86-90 ਤੇ ਆਖਰੀ ਆਪਸ਼ਨ ਹੈ 86-96। ਸੋ ਬੱਚਿਓ ਇਹਨੂੰ ਨੋਟ ਕਰ ਲੈਣਾ ਹੈ ਕਿਉਂਕਿ ਇਹ ਡੇਟ ਵਾਲਾ ਕੁਐਸਚਨ ਹੈ ਤੇ ਡੇਟ ਵਾਲੇ ਕੁਐਸਚਨ ਬੱਚਿਆਂ ਨੂੰ ਅਕਸਰ ਔਖੇ ਲੱਗਦੇ ਹਨ। ਸੋ ਇਸ ਦਾ ਠੀਕ ਆਨਸਰ ਹੈ 1486-87 ਈਸਵੀ ਦੇ ਵਿੱਚ। ਸੋ ਬੱਚਿਓ ਇਹ ਰਿਹਾ ਅੱਜ ਦਾ ਅਖੀਰਲਾ ਸਵਾਲ। ਕਿਸ ਮੁਗਲ ਬਾਦਸ਼ਾਹ ਦੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਸੀ? ਤੁਹਾਡੀਆਂ ਆਪਸ਼ਨਸ ਹਨ ਹਿਮਾਯੂ, ਬਾਬਰ, ਇਬਰਾਹਿਮ ਲੋਧੀ ਜਾਂ ਸਿਕੰਦਰ ਲੋਧੀ। ਸੋ ਬੱਚਿਓ ਸੋਚੋ। ਇਸ ਦਾ ਠੀਕ ਆਨਸਰ ਹੈ ਬਾਬਰ। ਬਾਬਰ ਜੋ ਸੀ ਉਹ ਪਹਿਲਾ ਮੁਗਲ ਬਾਦਸ਼ਾਹ ਸੀ ਜਿਸ ਨੇ ਪਾਣੀਪਤ ਦੀ ਪਹਿਲੀ ਲੜਾਈ ਨੂੰ ਜਿੱਤ ਕੇ ਭਾਰਤ ਵਿੱਚ ਮੁਗਲ ਸਾਮਰਾਜ ਦਾ ਸ਼ੁਰੂਆਤ ਕੀਤੀ ਸੀ। ਸੋ ਹਿਮਾਯੂ ਉਸ ਦਾ ਬੱਚਾ ਸੀ, ਉਸ ਦਾ ਬੇਟਾ ਸੀ। ਸੋ ਬਾਬਰ ਨੇ ਗੁਰੂ ਜੀ ਨੂੰ ਕੈਦ ਕਰ ਲਿਆ ਸੀ। ਬੱਚਿਓ ਸਮਾਂ ਮੈਨੂੰ ਹੁਣ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ। ਜੇਕਰ ਇਸ ਲੈਸਨ ਨੂੰ ਕਰਦੇ ਸਮੇਂ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਸਮਝ ਕੇ ਮੈਨੂੰ ਮਾਫ ਕਰਨਾ। ਤੁਹਾਡਾ ਸਾਰਿਆਂ ਦਾ ਆਪਣਾ ਦਵਿੰਦਰ ਸ਼ਰਮਾ, ਜ਼ਿਲ੍ਹਾ ਕਪੂਰਥਲਾ ਤੋਂ। ਧੰਨਵਾਦ ਬੱਚਿਓ। ਥੈਂਕ ਯੂ ਵੈਰੀ ਮੱਚ।